ਓਮ ਸ਼ਾਂਤੀ। ਅੱਜ ਹੈ 8/6/2022 ਦੀ ਸਾਕਾਰ ਬਾਪ ਦਾਦਾ ਜੀ ਦੀ ਮੁਰਲੀ। ਅੱਜ ਬਾਪ ਦਾਦਾ ਜੀ ਨੇ ਆਖਿਆ, ਮਿੱਠੇ ਬੱਚੇ, ਵਿਕਰਮਾਂ ਤੋਂ ਬਚਣ ਦੇ ਲਈ ਕੜੀ ਕੜੀ ਅਸ਼ਰੀਰੀ ਬਣਨ ਦੀ ਪ੍ਰੈਕਟਿਸ ਕਰੋ। ਇਹ ਪ੍ਰੈਕਟਿਸ ਹੀ ਤੁਹਾਨੂੰ ਮਾਇਆ ਜੀਤ ਬਣਾਵੇਗੀ। ਸਥਾਈ ਯੋਗ ਵੀ ਜੁਟਿਆ ਰਹੇਗਾ। ਪ੍ਰਸ਼ਨ ਹੈਗਾ ਅੱਜ ਦਾ, ਕਿਹੜਾ ਨਿਸ਼ਚੈ ਜੇਕਰ ਪੱਕਾ ਹੋ ਜਾਵੇ ਤੇ ਯੋਗ ਕਦੇ ਵੀ ਟੁੱਟ ਨਹੀਂ ਸਕਦਾ? ਉੱਤਰ ਹੈਗਾ, ਸਤਯੁਗ ਤ੍ਰੇਤਾ ਵਿੱਚ ਅਸੀਂ ਪਾਵਨ ਸੀ, ਦੁਆਪਰ ਕਲਯੁਗ ਵਿੱਚ ਅਸੀਂ ਪਤਿਤ ਬਣੇ, ਹੁਣ ਫਿਰ ਅਸੀਂ ਪਾਵਨ ਬਣਨਾ ਏ। ਇਹ ਨਿਸ਼ਚੈ ਜੇਕਰ ਪੱਕਾ ਹੋ ਜਾਵੇ ਤਾਂ ਯੋਗ ਕਦੇ ਵੀ ਟੁੱਟ ਨਹੀਂ ਸਕਦਾ। ਮਾਇਆ ਕਦੇ ਵੀ ਹਾਰ ਨਹੀਂ ਖਵਾ ਸਕਦੀ। ਅੱਜ ਦੀ ਮੁਰਲੀ ਦਾ ਗੀਤ ਹੈਗਾ, ਜੋ ਪਿਆ ਦੇ ਨਾਲ ਏ। ਓਮ ਸ਼ਾਂਤੀ। ਮਿੱਠੇ ਮਿੱਠੇ ਬੱਚੇ ਇਸ ਗੀਤ ਦਾ ਅਰਥ ਸਮਝ ਗਏ ਸਨ। ਉਸ ਬਰਸਾਤ ਦੀ ਇੱਥੇ ਗੱਲ ਨਹੀਂ ਹੋ ਰਹੀ। ਉਹ ਤਾਂ ਜੋ ਸਾਗਰ ਅਤੇ ਨਦੀਆਂ ਸਨ ਉਹਨਾਂ ਦੀ ਗੱਲ ਏ। ਇੱਥੇ ਹੈਗੀ ਗਿਆਨ ਸਾਗਰ ਦੀ ਗੱਲ। ਉਹ ਆ ਕੇ ਗਿਆਨ ਦੀ ਬਰਸਾਤ ਕਰਦੇ ਸਨ, ਤਾਂ ਹੀ ਗਿਆਨ ਅੰਧੇਰਾ ਦੂਰ ਹੁੰਦਾ ਏ। ਇਹ ਕੌਣ ਸਮਝਾਉਂਦੇ ਸਨ? ਜਿਹੜੇ ਆਪਣੇ ਨੂੰ ਪ੍ਰਜਾਪਿਤਾ ਬ੍ਰਹਮਾ ਕੁਮਾਰ ਕੁਮਾਰੀ ਸਮਝਦੇ ਸਨ। ਬੱਚੇ ਜਾਣਦੇ ਸਨ ਸਾਡਾ ਬਾਪ ਸ਼ਿਵ ਏ, ਅਸੀਂ ਹੋ ਗਏ ਸਾਰੇ ਬ੍ਰਹਮਾ ਕੁਮਾਰ ਅਤੇ ਕੁਮਾਰੀਆਂ। ਬ੍ਰਹਮਾ ਕੁਮਾਰ ਕੁਮਾਰੀਆਂ ਦਾ ਦਾਦਾ ਸੋ ਵੀ ਉਹ ਨਿਰਾਕਾਰ ਨੂੰ ਹੀ ਆਖਦੇ ਸਨ। ਜਦੋਂ ਤੁਸੀਂ ਨਿਸ਼ਚੈ ਕਰਦੇ ਹੋ ਅਸੀਂ ਪ੍ਰਜਾਪਿਤਾ ਬ੍ਰਹਮਾ ਕੁਮਾਰ ਕੁਮਾਰੀਆਂ ਸਨ, ਤਾਂ ਇਹ ਭੁੱਲਣ ਦੀ ਗੱਲ ਨਹੀਂ ਹੁੰਦੀ। ਸਾਰੇ ਬੱਚੇ ਪਿਆ ਦੇ ਨਾਲ ਸਨ। ਐਵੇਂ ਨਹੀਂ ਕਿ ਸਿਰਫ ਤੁਸੀਂ ਹੋ। ਮੁਰਲੀ ਤਾਂ ਸਾਰੇ ਸੁਣਦੇ ਸਨ। ਬੱਚਿਆਂ ਦੇ ਲਈ ਹੀ ਗਿਆਨ ਦੀ ਬਰਸਾਤ ਸਨ, ਜਿਸ ਗਿਆਨ ਤੋਂ ਘੋਰ ਅੰਧੇਰੇ ਦਾ ਵਿਨਾਸ਼ ਹੋ ਜਾਂਦਾ ਏ। ਤੁਸੀਂ ਜਾਣਦੇ ਹੋ ਅਸੀਂ ਘੋਰ ਅੰਧੇਰੇ ਵਿੱਚ ਸੀ, ਹੁਣ ਸਾਨੂੰ ਰੋਸ਼ਨੀ ਮਿਲੀ ਏ। ਤਾਂ ਸਭ ਜਾਣਦੇ ਜਾ ਰਹੇ ਹਾਂ। ਪਰਮ ਪਿਤਾ ਪਰਮਾਤਮਾ ਜੀ ਦੀ ਬਾਇਓਗ੍ਰਾਫੀ ਵੀ ਤੁਸੀਂ ਹੀ ਜਾਣਦੇ ਹੋ। ਜੋ ਸ਼ਿਵ ਬਾਬਾ ਦੀ ਬਾਇਓਗ੍ਰਾਫੀ ਨੂੰ ਨਹੀਂ ਜਾਣਦੇ ਉਹ ਹੱਥ ਖੜਾ ਕਰੋ। ਸਭ ਜਾਣਦੇ ਨੇ, ਸਭ ਨੂੰ ਪਤਾ ਪਿਆ ਹੈ ਪਰਮਾਤਮਾ ਦੀ ਜੀਵਨ ਕਹਾਣੀ ਦਾ। ਸੋ ਵੀ ਇੱਕ ਜਨਮ ਦੀ ਨਹੀਂ, ਸ਼ਿਵ ਬਾਬਾ ਤੇ ਕਿੰਨਿਆਂ ਜਨਮਾਂ ਦੀ ਬਾਇਓਗ੍ਰਾਫੀ ਦੱਸਦੇ ਸਨ। ਤੁਹਾਨੂੰ ਮਾਲੂਮ ਸਨ, ਤੁਸੀਂ ਜਾਣਦੇ ਹੋ ਸ਼ਿਵ ਬਾਬਾ ਦਾ ਇਸ ਡਰਾਮਾ ਵਿੱਚ ਕੀ ਪਾਰਟ ਹੈਗਾ। ਆਦਿ ਤੋਂ ਲੈ ਕੇ ਅੰਤ ਤੱਕ ਉਹਨਾਂ ਨੂੰ ਔਰ ਕੋਈ ਦੀ ਬਾਇਓਗ੍ਰਾਫੀ ਨਹੀਂ ਜਾਣਦੇ। ਬਰੋਬਰ ਭਗਤੀ ਮਾਰਗ ਵਿੱਚ ਜਿਸ ਭਾਵਨਾ ਨਾਲ ਭਗਤੀ ਕਰਦੇ ਸਨ, ਉਸ ਦਾ ਏਵਜ਼ਾ ਵੀ ਜ਼ਰੂਰ ਮਿਲ ਜਾਂਦਾ ਏ। ਉਹ ਚੇਤਨ ਸਨ, ਸਾਖਸ਼ਾਤਕਾਰ ਵੀ ਕਰਦੇ ਸਨ। ਤੁਸੀਂ ਜਾਣਦੇ ਹੋ ਅੱਧਾ ਕਲਪ ਭਗਤੀ ਮਾਰਗ ਚੱਲਦਾ ਏ। ਭਗਤੀ ਦੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਹੁਣ ਫਿਰ ਬੱਚੇ ਬਣੇ ਹਾਂ, ਉਹਨਾਂ ਨੂੰ ਜ਼ਰੂਰ ਵਰਸਾ ਮਿਲੇਗਾ। ਬਾਪ ਬੱਚਿਆਂ ਨੂੰ ਵਰਸਾ ਦਿੰਦੇ ਸਨ। ਇਹ ਵੀ ਕਾਇਦਾ ਏ। ਤੁਹਾਡਾ ਹੁਣ ਸਦਗਤੀ ਤਰਫ ਮੁਖ ਸਨ। ਤੁਸੀਂ ਮੂਲ ਵਤਨ, ਸੂਖਸ਼ਮ ਵਤਨ ਅਤੇ ਸਥੂਲ ਵਤਨ ਨੂੰ ਵੀ ਜਾਣਦੇ ਹੋ। ਕੌਣ ਇਸ ਬੇਹੱਦ ਡਰਾਮਾ ਦੇ ਮੁੱਖ ਐਕਟਰ ਸਨ? ਕ੍ਰੀਏਟਰ ਅਤੇ ਫਿਰ ਡਾਇਰੈਕਟਰ ਰਚਦੇ ਸਨ। ਉਹ ਵੀ ਕਰਨ ਕਰਾਵਣਹਾਰ ਸਨ। ਡਾਇਰੈਕਸ਼ਨ ਵੀ ਦਿੰਦੇ ਸਨ, ਪੜ੍ਹਾਉਂਦੇ ਵੀ ਸਨ। ਆਖਦੇ ਸਨ ਮੈਂ ਤੁਹਾਨੂੰ ਰਾਜਯੋਗ ਸਿਖਾਉਣ ਵਾਸਤੇ ਆਇਆ ਹਾਂ। ਇਹ ਵੀ ਕਰਮ ਕਰਨਾ ਹੋਇਆ ਨਾ। ਕਰਮ ਕਰਦੇ ਵੀ ਨੇ ਤੇ ਕਰਾਉਂਦੇ ਵੀ ਨੇ। ਅੱਧਾ ਕਲਪ ਤੁਸੀਂ ਮਾਇਆ ਦੇ ਵਸ਼ ਹੋ ਕੇ ਅਸਤ ਕਰਤੱਵ ਹੀ ਕਰਦੇ ਆਏ ਹੋ। ਹੁਣ ਤੁਹਾਨੂੰ ਸਤ ਬਾਪ ਮਿਲਿਆ ਹੈ ਸਤ ਕਰਤੱਵ ਕਰਾਉਣ ਦੇ ਲਈ। ਮਾਇਆ ਤੁਹਾਡੇ ਤੋਂ ਅਸਤ ਕਰਤੱਵ ਕਰਾਉਂਦੀ ਰਹਿੰਦੀ ਏ। ਅਸਤ ਕਰਤੱਵ ਕਰਾਉਣ ਵਾਲੇ ਨੂੰ ਭਗਵਾਨ ਕਿਵੇਂ ਕਹਿ ਸਕਦੇ ਹਾਂ? ਭਗਵਾਨ ਆਖਦੇ ਸਨ ਮੈਂ ਤਾਂ ਇੱਕ ਹੀ ਹਾਂ, ਜੋ ਸਭ ਨੂੰ ਸਤ ਕਰਮ ਆ ਕੇ ਸਿਖਾਉਂਦਾ ਹਾਂ। ਹੁਣ ਸਭ ਦੀ ਕਿਆਮਤ ਦਾ ਸਮਾਂ ਆ ਗਿਆ ਏ। ਸਭ ਨੂੰ ਕਬਰਾਂ ਤੋਂ ਜਗਾਉਣਾ ਏ। ਸਾਰੀ ਆਤਮਾਵਾਂ ਕਬਰ ਦਾਖਲ ਹੋ ਗਈਆਂ ਸਨ।
ਬਾਪ ਆ ਕੇ ਸਾਰਿਆਂ ਨੂੰ ਜਗਾਉਂਦੇ ਸਨ। ਹੁਣ ਮੌਤ ਸਾਹਮਣੇ ਖੜੀ ਏ। ਸ਼ਿਵ ਬਾਬਾ ਬ੍ਰਹਮਾ ਤਨ ਦੁਆਰਾ ਸਭ ਨੂੰ ਆ ਕੇ ਸਮਝਾ ਰਹੇ ਸਨ। ਤੁਸੀਂ ਸਭ ਦੀ ਬਾਇਓਗ੍ਰਾਫੀ ਸ਼ਿਵ ਬਾਬਾ ਦੀ ਬਾਇਓਗ੍ਰਾਫੀ ਜਾਣਨ ਵਾਲੇ ਬਣ ਗਏ ਹੋ ਤਾਂ ਊਂਚ ਠਹਿਰੇ ਨਾ। ਜਿਹੜੇ ਸ਼ਾਸਤਰ ਬਹੁਤ ਅਧਿਐਨ ਕਰਨ ਵਾਲੇ ਸਨ ਉਹਨਾਂ ਦੇ ਅੱਗੇ ਨਾ ਜਾਣਨ ਦੇ ਕਾਰਨ ਮੱਥਾ ਟੇਕਦੇ ਰਹਿੰਦੇ ਸਨ। ਤੁਹਾਨੂੰ ਮੱਥਾ ਨਹੀਂ ਟੇਕਣਾ ਹੈ ਤਾਂ ਬਿਲਕੁਲ ਸਹਿਜ ਗੱਲਾਂ। ਬੱਚੇ ਸਮਝਦੇ ਸਨ ਅਸੀਂ ਮੂਲ ਵਤਨ ਸ਼ਾਂਤੀ ਧਾਮ ਦੇ ਰਹਿਵਾਸੀ ਬਣਾਂਗੇ, ਫਿਰ ਅਸੀਂ ਸੁਖ ਧਾਮ ਵਿੱਚ ਆਵਾਂਗੇ। ਹੁਣ ਅਸੀਂ ਪ੍ਰਜਾਪਿਤਾ ਬ੍ਰਹਮਾ ਕੁਮਾਰ ਕੁਮਾਰੀਆਂ ਸਨ। ਸ਼ਿਵ ਬਾਬਾ ਦੇ ਅਸੀਂ ਪੋਤਰੇ ਹਾਂ। ਸ਼ਿਵ ਬਾਬਾ ਨੂੰ ਯਾਦ ਕਰਨ ਨਾਲ ਹੀ ਸਾਨੂੰ ਸੁਖ ਦਾ ਵਰਸਾ ਮਿਲੇਗਾ। ਤੁਸੀਂ ਬੱਚਿਆਂ ਨੂੰ ਹੁਣ ਨਿਸ਼ਚੈ ਹੈਗਾ ਕਿ ਅਸੀਂ ਪਵਿੱਤਰ ਸੀ, ਫਿਰ ਪਤਿਤ ਬਣੇ, ਹੁਣ ਫਿਰ ਅਸੀਂ ਪਾਵਨ ਬਣਨਾ ਏ। ਜੇਕਰ ਨਿਸ਼ਚੈ ਨਹੀਂ ਹੋਵੇਗਾ ਤਾਂ ਯੋਗ ਵੀ ਨਹੀਂ ਲੱਗੇਗਾ, ਪਦ ਵੀ ਨਹੀਂ ਪਾ ਸਕਾਂਗੇ। ਪਵਿੱਤਰ ਜੀਵਨ ਤਾਂ ਚੰਗੀ ਏ ਨਾ। ਕੁਮਾਰੀਆਂ ਨੂੰ ਬਹੁਤ ਮਾਣ ਹੈਗਾ ਕਿਉਂਕਿ ਇਸ ਸਮਾਂ ਤੁਸੀਂ ਕੁਮਾਰੀਆਂ ਬਹੁਤ ਹੀ ਸੇਵਾ ਕਰ ਸਕਦੀਆਂ ਹੋ। ਹੁਣ ਤੁਸੀਂ ਪਵਿੱਤਰ ਰਹਿੰਦੀਆਂ ਹੋ। ਹੁਣ ਪਵਿੱਤਰਤਾ ਭਗਤੀ ਮਾਰਗ ਦੀ ਵਿੱਚ ਵੀ ਪੂਜੀ ਜਾਂਦੀ ਏ। ਇਹ ਦੁਨੀਆ ਬੜੀ ਗੰਦੀ ਏ। ਕੀਚਕ ਦੀ ਕਹਾਣੀ ਹੈਗੀ ਹੈ ਨਾ। ਮਨੁੱਖ ਬਹੁਤ ਗੰਦੇ ਵਿਚਾਰ ਰੱਖ ਕੇ ਆਉਂਦੇ ਸਨ, ਉਹਨਾਂ ਨੂੰ ਕੀਚਕ ਆਖਿਆ ਜਾਂਦਾ ਏ। ਇਸ ਲਈ ਬਾਬਾ ਆਖਦੇ ਸਨ ਬੜੀ ਸੰਭਾਲ ਰੱਖਣੀ ਏ। ਬਹੁਤ ਗੰਦੀ ਕੰਡਿਆਂ ਦੀ ਦੁਨੀਆ ਏ। ਤੁਹਾਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਏ। ਅਸੀਂ ਸ਼ਾਂਤੀ ਧਾਮ ਵਿੱਚ ਜਾ ਕੇ ਫਿਰ ਸੁਖ ਧਾਮ ਵਿੱਚ ਆਵਾਂਗੇ। ਅਸੀਂ ਸੁਖ ਧਾਮ ਦੇ ਮਾਲਿਕ ਸੀ, ਫਿਰ ਚੱਕਰ ਲਗਾਇਆ। ਇਹ ਤੇ ਨਿਸ਼ਚੈ ਹੋਣਾ ਚਾਹੀਦਾ ਹੈ ਨਾ। ਅਸ਼ਰੀਰੀ ਬਣਨ ਦੀ ਵੀ ਆਦਤ ਪੈ ਜਾਣੀ ਚਾਹੀਦੀ ਏ, ਨਹੀਂ ਤਾਂ ਮਾਇਆ ਖਾਂਦੀ ਰਵੇਗੀ। ਯੋਗ ਟੁੱਟਿਆ ਹੋਇਆ ਰਹੇਗਾ, ਵਿਕਰਮ ਵਿਨਾਸ਼ ਵੀ ਨਹੀਂ ਹੋਣਗੇ। ਕਿੰਨੀ ਮਿਹਨਤ ਕਰਨੀ ਚਾਹੀਦੀ ਏ ਯਾਦ ਵਿੱਚ ਰਹਿਣ ਦੀ। ਯਾਦ ਤੋਂ ਹੀ ਤੁਸੀਂ ਐਵਰ ਹੈਲਦੀ ਬਣੋਗੇ। ਜਿੰਨਾ ਹੋ ਸਕੇ ਅਸ਼ਰੀਰੀ ਬਣ ਕੇ ਬਾਪ ਨੂੰ ਯਾਦ ਕਰਦੇ ਰਹਿਣਾ ਏ। ਅਸੀਂ ਆਤਮਾਵਾਂ ਨੂੰ ਬਾਪ ਪਰਮ ਪਿਤਾ ਪਰਮਾਤਮਾ ਪੜ੍ਹਾ ਰਹੇ ਸਨ। ਕਲਪ ਕਲਪ ਆ ਕੇ ਪੜ੍ਹਾਉਂਦੇ ਸਨ, ਰਾਜ ਭਾਗ ਦਿੰਦੇ ਸਨ। ਤੁਸੀਂ ਯੋਗ ਬਲ ਤੋਂ ਆਪਣੀ ਰਾਜਧਾਨੀ ਸਥਾਪਨ ਕਰਦੇ ਹੋ। ਰਾਜਾ ਰਾਜ ਕਰਦੇ ਸਨ, ਸੈਨਾ ਰਾਜ ਦੇ ਲਈ ਲੜਦੀ ਏ। ਇੱਥੇ ਤੁਸੀਂ ਆਪਣੀ ਹੀ ਮਿਹਨਤ ਤੋਂ ਸਵਰਗ ਦੀ ਬਾਦਸ਼ਾਹੀ ਲੈਂਦੇ ਹੋ, ਅਰਥਾਤ ਰਾਜਾ ਬਣਦੇ ਹੋ। ਬਾਪ ਦੀ ਮਿਹਨਤ ਨਹੀਂ ਹੈਗੀ। ਬਾਪ ਆਖਦੇ ਸਨ ਮੈਂ ਤਾਂ ਰਾਜ ਨਹੀਂ ਲੈਂਦਾ, ਮੈਂ ਤੇ ਤੁਹਾਨੂੰ ਰਾਜ ਦਿਲਾਉਣ ਦੀ ਯੁਕਤੀਆਂ ਦੱਸਦਾ ਰਹਿਣਾ ਹਾਂ। ਤੁਸੀਂ ਸਭ ਵਾਣਪ੍ਰਸਤੀ ਹੋ। ਸਭ ਦਾ ਮੌਤ ਸਾਹਮਣੇ ਖੜਿਆ ਹੈ। ਛੋਟੇ ਵੱਡੇ ਸਭ ਦਾ ਕੋਈ ਨਾ ਕੋਈ ਹਿਸਾਬ ਨਹੀਂ। ਐਵੇਂ ਨਹੀਂ ਸਮਝਣਾ ਕਿ ਛੋਟਾ ਬੱਚਾ ਹੋਵੇਗਾ ਤੇ ਉਸਨੂੰ ਬਾਪ ਵਰਸਾ ਥੋੜਾ ਦੇਣਗੇ। ਇੱਥੇ ਤੇ ਪੁਰਸ਼ਾਰਥ ਦੀ ਗੱਲ ਏ। ਜਿੰਨਾ ਜੋ ਕੋਈ ਪੁਰਸ਼ਾਰਥ ਕਰਨਗੇ ਉਨਾ ਹੀ ਵਰਸਾ ਪਾਣਗੇ। ਹੁਣ ਤੁਸੀਂ ਖੂਬ ਪੈਸਾ ਕਮਾਉਣ ਦੀ ਇੱਛਾ ਰੱਖਦੇ ਹੋ। ਇਹ ਦੁਨੀਆ ਹੁਣ ਰਹਿਣੇ ਵਾਲੀ ਨਹੀਂ ਏ। ਸਮਝਦੇ ਸਨ ਕਿ ਸਾਡੇ ਪੁੱਤਰ ਪੋਤਰੇ ਖਾਣਗੇ, ਪਰੰਤੂ ਇਹ ਕਾਮਨਾ ਕਦੇ ਕਿਸੇ ਦੀ ਪੂਰੀ ਨਹੀਂ ਹੋਵੇਗੀ ਕਿਉਂਕਿ ਇੱਥੇ ਦੀ ਸਾਰੀਆਂ ਚੀਜ਼ਾਂ ਮਿੱਟੀ 'ਚ ਮਿਲ ਜਾਣ ਵਾਲੀਆਂ ਨੇ। ਇਹ ਦੁਨੀਆ ਹੀ ਖਤਮ ਹੋਣ ਵਾਲੀ ਏ। ਇੱਕ ਹੀ ਬੰਬ ਇਹੋ ਜਿਹਾ ਲੱਗੇਗਾ ਕਿ ਸਾਰੇ ਖਤਮ ਹੋ ਜਾਣਗੇ, ਨਿਕਲਣ ਵਾਲੇ ਵੀ ਕੋਈ ਨਹੀਂ ਹੋਣਗੇ। ਹੁਣ ਤਾਂ ਸੋਨਾ ਆਦਿ ਵੀ ਖਾਨੀਆਂ ਖਾਲੀ ਹੋ ਗਈਆਂ ਨੇ। ਨਵੀਂ ਦੁਨੀਆ ਵਿੱਚ ਸਾਰੀ ਖਾਨੀਆਂ ਫਿਰ ਤੋਂ ਭਰ ਜਾਣਗੀਆਂ। ਉੱਥੇ ਨਵੀਂ ਦੁਨੀਆ ਵਿੱਚ ਸਭ ਕੁਝ ਨਵਾਂ ਮਿਲ ਜਾਏਗਾ। ਹੁਣ ਡਰਾਮਾ ਦਾ ਚੱਕਰ ਪੂਰਾ ਹੁੰਦਾ ਏ, ਫਿਰ ਦੁਬਾਰਾ ਤੋਂ ਸ਼ੁਰੂ ਹੋਵੇਗਾ। ਰੋਸ਼ਨੀ ਆ ਗਈ ਏ ਨਾ। ਗਾਂਦੇ ਵੀ ਸਨ ਗਿਆਨ ਸੂਰਯ ਪ੍ਰਗਟਾ ਅਗਿਆਨ ਅੰਧੇਰ ਵਿਨਾਸ਼। ਉਸ ਸੂਰਜ ਦੀ ਗੱਲ ਨਹੀਂ ਹੈਗੀ। ਮਨੁੱਖ ਸੂਰਜ ਨੂੰ ਪਾਣੀ ਦਿੰਦੇ ਸਨ, ਹੁਣ ਸੂਰਜ ਤੋਂ ਪਾਣੀ ਪਹੁੰਚਦਾ ਹੀ ਨਹੀਂ ਹੈਗਾ। ਫਿਰ ਉਸਨੂੰ ਪਾਣੀ ਕਿਵੇਂ ਦੇਵਾਂਗੇ? ਵੰਡਰ ਹੈਗਾ ਭਗਤੀ ਦਾ। ਫਿਰ ਆਖਦੇ ਹਨ ਸੂਰਯ ਦੇਵਤਾਏ ਨਮః, ਚਾਂਦ ਦੇਵਤਾਏ ਨਮঃ। ਫਿਰ ਦੇਵਤਾ ਕਿਵੇਂ ਕਹਿ ਸਕਦੇ ਹਾਂ? ਇਹ ਤਾਂ ਮਨੁੱਖ ਅਸੁਰ ਤੋਂ ਵੀ ਦੇਵਤਾ ਬਣ ਜਾਂਦੇ ਸਨ। ਉਹਨਾਂ ਨੂੰ ਦੇਵਤਾ ਨਹੀਂ ਆਖ ਸਕਦੇ। ਉਹ ਤਾਂ ਸੂਰਜ ਚਾਂਦ ਸਿਤਾਰੇ ਸਨ।
ਉਹ ਤਾਂ ਇਸ ਮਾਂਡਵ ਨੂੰ ਰੋਸ਼ਨ ਕਰਨ ਵਾਲੀ ਬੱਤੀਆਂ ਸਨ। ਸੂਰਜ ਦਾ ਵੀ ਝੰਡਾ ਲਗਾਉਂਦੇ ਸਨ। ਜਾਪਾਨ ਵਿੱਚ ਸੂਰਿਆਵੰਸ਼ੀ ਆਪਣੇ ਆਪ ਨੂੰ ਕਹਾਉਂਦੇ ਸਨ। ਵਾਸਤਵ ਵਿੱਚ ਗਿਆਨ ਸੂਰਿਆਵੰਸ਼ੀ ਤੁਸੀਂ ਹੋ, ਪਰੰਤੂ ਨੌਲੇਜ ਨਾ ਹੋਣ ਕਾਰਨ ਸਮਝਦੇ ਨਹੀਂ। ਹੁਣ ਆਖਦੇ ਸਨ ਸੂਰਯ ਕਿੱਥੇ ਹੈ ਤੇ ਗਿਆਨ ਸੂਰਯ ਕਿਹੜਾ ਹੈਗਾ। ਇੱਥੇ ਵੀ ਇਹ ਸਾਇੰਸ ਦੀ ਇਨਵੈਂਸ਼ਨ ਕੱਢਦੇ ਰਹਿੰਦੇ ਨੇ, ਫਿਰ ਵੀ ਨਤੀਜਾ ਵੇਖੋ ਕੀ ਹੋ ਗਿਆ ਹੈ। ਕੁਝ ਵੀ ਨਹੀਂ ਜਾਣਦੇ, ਵਿਨਾਸ਼ ਨੂੰ ਹੀ ਪਾਇਆ ਹੋਇਆ ਹੈ। ਹੁਣ ਤੁਸੀਂ ਜਾਣਦੇ ਹੋ ਅਸੀਂ ਸਵਰਗ ਵਿੱਚ ਜਾਣ ਦੇ ਲਈ ਪੁਰਸ਼ਾਰਥ ਕਰ ਰਹੇ ਸਨ, ਉਹ ਵੀ ਸ਼੍ਰੀਮਤ ਤੇ। ਬਾਬਾ ਆਖਦੇ ਸਨ ਮੈਨੂੰ ਯਾਦ ਕਰੋ ਤਾਂ ਮੈਂ ਤੁਹਾਨੂੰ ਸਵਰਗ ਵਿੱਚ ਭੇਜ ਦੇਵਾਂਗਾ। ਨਾਲ ਨਾਲ ਸਰੀਰ ਨਿਰਵਾਹ ਅਰਥ ਕੰਮ ਵੀ ਕਰਨੇ ਨੇ। ਕਰਮ ਕਰੇ ਬਗੈਰ ਤਾਂ ਕੋਈ ਰਹਿ ਨਹੀਂ ਸਕਦੇ। ਕਰਮ ਸੰਨਿਆਸੀ ਤਾਂ ਹੁੰਦੇ ਹੀ ਨਹੀਂ। ਸਨਾਨ ਆਦਿ ਕਰਨਾ ਇਹ ਵੀ ਕਰਮ ਹੈਗਾ। ਪਿਛਾੜੀ ਵਿੱਚ ਸਭ ਪੂਰਾ ਗਿਆਨ ਲੈਣਗੇ, ਸਿਰਫ ਸਮਝਣਗੇ ਉਹੀਓ ਜੋ ਆਖਦੇ ਸਨ ਕਿ ਸ਼ਿਵ ਬਾਬਾ ਸਾਨੂੰ ਪੜ੍ਹਾਉਂਦੇ ਨੇ। ਇਹ ਠੀਕ ਸਨ। ਨਿਰਾਕਾਰ ਭਗਵਾਨੋ ਵਾਚ ਉਹ ਇੱਕ ਹੀ ਸਨ। ਇਸ ਲਈ ਬਾਬਾ ਆਖਦੇ ਰਹਿੰਦੇ ਸਨ ਸਭ ਤੋਂ ਪੁੱਛੋ ਨਿਰਾਕਾਰ ਸ਼ਿਵ ਤੋਂ ਤੁਹਾਡਾ ਕੀ ਸੰਬੰਧ ਏ। ਸਾਰੇ ਬ੍ਰਦਰਸ ਹਨ, ਬ੍ਰਦਰਸ ਦਾ ਬਾਪ ਤਾਂ ਇੱਕ ਹੀ ਹੋਵੇਗਾ ਨਾ, ਨਹੀਂ ਤਾਂ ਕਿੱਥੋਂ ਆਏ। ਤੁਸੀਂ ਫਿਰ ਤੋਂ ਵਿਸ਼ਵ ਦੇ ਮਾਲਿਕ ਬਣਦੇ ਹੋ। ਇੱਥੇ ਬੈਠੇ ਹੋ, ਸ਼ਿਵ ਬਾਪ ਨੂੰ ਯਾਦ ਕਰਦੇ ਹੋ। ਇਨ ਅੱਖਾਂ ਤੋਂ ਜੋ ਕੁਝ ਵੀ ਵੇਖਦੇ ਹੋ ਉਹ ਸਭ ਕੁਝ ਖਤਮ ਹੋ ਜਾਣ ਵਾਲਾ ਏ। ਬੁੱਧੀ ਤੋਂ ਤੁਸੀਂ ਜਾਣਦੇ ਹੋ ਸਾਨੂੰ ਪੜ੍ਹਾਉਣ ਵਾਲਾ ਸ਼ਿਵ ਬਾਬਾ ਏ। ਜੋ ਬਾਪ ਦੇ ਨਾਲ ਸਨ ਉਹਨਾਂ ਦੇ ਲਈ ਹੀ ਇਹ ਰਾਜਯੋਗ ਅਤੇ ਗਿਆਨ ਦੀ ਬਰਸਾਤ ਸਨ। ਪਤਿਤਾਂ ਨੂੰ ਪਾਵਨ ਬਣਾਉਣਾ ਇਹ ਇੱਕ ਬਾਪ ਜੀ ਦਾ ਹੀ ਕੰਮ ਹੈਗਾ। ਉਹ ਗਿਆਨ ਸਾਗਰ ਵੀ ਉਹੀਓ ਸਨ। ਤੁਸੀਂ ਜਾਣਦੇ ਹੋ ਅਸੀਂ ਸ਼ਿਵ ਬਾਬਾ ਦੇ ਪੋਤਰੇ ਤੇ ਬ੍ਰਹਮਾ ਦੇ ਬੱਚੇ ਸਨ। ਬ੍ਰਹਮਾ ਦਾ ਬਾਪ ਸ਼ਿਵ ਏ ਤਾਂ ਵਰਸਾ ਸ਼ਿਵ ਬਾਬਾ ਤੋਂ ਮਿਲਣਾ ਏ। ਯਾਦ ਵੀ ਇਸ ਲਈ ਸ਼ਿਵ ਬਾਬਾ ਜੀ ਨੂੰ ਹੀ ਕਰਨਾ ਏ। ਅਸੀਂ ਹੁਣ ਸਭ ਨੂੰ ਬਾਪ ਆ ਕੇ ਵਿਸ਼ਨੂਪੁਰੀ ਵਿੱਚ ਲੈ ਜਾਂਦੇ ਸਨ। ਇੱਥੇ ਤਾਂ ਸਭ ਦਾ ਲੰਗਰ ਉੱਠ ਚੁੱਕਿਆ ਹੈ। ਸ਼ੂਦਰਾਂ ਦੀ ਨਾਵ ਖੜੀ ਏ, ਤੁਹਾਡੀ ਨਾਵ ਚੱਲ ਪਈ ਏ। ਹੁਣ ਤੁਹਾਨੂੰ ਸਿੱਧੇ ਘਰ ਜਾਣਾ ਏ। ਤੁਹਾਡਾ ਕੱਪੜਾ ਸਭ ਛੋੜ ਇੱਥੇ ਹੀ ਫਿਰ ਵਾਪਸ ਜਾਣਾ ਹੈ। ਹੁਣ ਤੁਹਾਡਾ ਨਾਟਕ ਪੂਰਾ ਹੋ ਰਿਹਾ ਏ। ਹੁਣ ਕੱਪੜੇ ਉਤਾਰ ਅਸੀਂ ਵਾਪਸ ਘਰ ਜਾਵਾਂਗੇ। ਅੱਛਾ, ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ, ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ ਹੈਗਾ ਕੋਈ ਵੀ ਅਸਤ ਕਰਮ ਨਹੀਂ ਕਰਨਾ। ਮੌਤ ਸਾਹਮਣੇ ਖੜੀ ਏ, ਕਿਆਮਤ ਦਾ ਸਮਾਂ ਏ। ਇਸ ਲਈ ਸਭ ਨੂੰ ਕਬਰਾਂ ਤੋਂ ਜਗਾਉਣਾ ਏ। ਪਾਵਨ ਬਣਨ ਅਤੇ ਬਣਾਉਣ ਦੀ ਸੇਵਾ ਵਿੱਚ ਲੱਗੇ ਰਹਿਣਾ ਏ। ਇਸ ਛੀਛੀ ਦੁਨੀਆ ਵਿੱਚ ਕੋਈ ਵੀ ਕਾਮਨਾ ਨਹੀਂ ਰੱਖਣੀ। ਸਭ ਦੇ ਡੁੱਬੇ ਹੋਏ ਬੇੜੇ ਨੂੰ ਸੈਲਵੇਜ ਕਰਨ ਦੇ ਲਈ ਬਾਪ ਜੀ ਦਾ ਪੂਰਾ ਮਦਦਗਾਰ ਬਣਨਾ ਹੈ। ਅੱਜ ਦਾ ਵਰਦਾਨ ਹੈਗਾ ਯੋਗ ਦੇ ਪ੍ਰਯੋਗ ਨਾਲ ਹਰ ਖਜ਼ਾਨੇ ਨੂੰ ਵਧਾਉਣ ਵਾਲੇ ਸਫਲ ਤਪਸਵੀ ਭਵ। ਬਾਪ ਦੁਆਰਾ ਪ੍ਰਾਪਤ ਹੋਏ ਸਾਰੇ ਖਜ਼ਾਨਿਆਂ ਨਾਲ ਯੋਗ ਦਾ ਪ੍ਰਯੋਗ ਕਰੋ। ਖਜ਼ਾਨਿਆਂ ਦਾ ਖਰਚ ਘੱਟ ਹੋਵੇ ਔਰ ਪ੍ਰਾਪਤੀ ਜ਼ਿਆਦਾ ਹੋਵੇ, ਇਹੀਓ ਪ੍ਰਯੋਗ ਹੈਗਾ। ਜਿਵੇਂ ਸਮੇਂ ਅਤੇ ਸੰਕਲਪ ਸ੍ਰੇਸ਼ਟ ਖਜ਼ਾਨੇ ਸਨ ਤਾਂ ਸੰਕਲਪਾਂ ਦਾ ਖਰਚ ਘੱਟ ਹੋਵੇ ਲੇਕਿਨ ਪ੍ਰਾਪਤੀਆਂ ਜ਼ਿਆਦਾ ਹੋਣ। ਜਿਹੜੇ ਸਧਾਰਨ ਵਿਅਕਤੀ 2-4 ਮਿੰਟ ਸੋਚਣ ਤੋਂ ਬਾਅਦ ਸਫਲਤਾ ਪ੍ਰਾਪਤ ਕਰਦੇ ਸਨ, ਉਹ ਆਪ ਜੀ 1-2 ਸੈਕਿੰਡ ਵਿੱਚ ਕਰ ਲਓ। ਘੱਟ ਸਮਾਂ ਘੱਟ ਸੰਕਲਪ ਵਿੱਚ ਰਿਜ਼ਲਟ ਜ਼ਿਆਦਾ ਹੋਵੇ ਤਾਂ ਆਖਾਂਗੇ ਯੋਗ ਦਾ ਪ੍ਰਯੋਗ ਕਰਨ ਵਾਲੀ ਸਫਲ ਤਪਸਵੀ ਆਤਮਾ। ਅੱਜ ਦਾ ਸਲੋਗਨ ਹੈਗਾ ਆਪਣੇ ਅਨਾਦਿ ਆਦਿ ਸੰਸਕਾਰ ਸਮ੍ਰਿਤੀ ਵਿੱਚ ਰੱਖ ਸਦਾ ਅਚਲ ਬਣੋ। ਆਪਣੇ ਆਦਿ ਅਨਾਦਿ ਸੰਸਕਾਰਾਂ ਨੂੰ ਸਮ੍ਰਿਤੀ ਵਿੱਚ ਰੱਖ ਕੇ
अचल बनो। ओम शांति।